Good morning, everyone. Myself, Bhagwant Kaur. I am working as a vocational trainer under NSQF scheme in Government Girls Senior Secondary School, Chola Sahib. Today, I am going to give presentation on topic rights of administering drugs. So, ਅੱਜ ਦਾ ਆਪਣਾ ਟੌਪਿਕ ਹੈਗਾ ਵਾ ਦਵਾਈ ਦੇਣ ਦੇ ਮੁੱਢਲੇ ਅਧਿਕਾਰ। ਕਹਿਣ ਤੋਂ ਭਾਵ ਇਹ ਆ ਕਿ ਜਦੋਂ ਵੀ ਪੇਸ਼ੈਂਟ ਨੂੰ ਮੈਡੀਸਨ ਦੇਣੀ ਆ ਨੋਟ ਓਨਲੀ ਇਨ ਹੌਸਪੀਟਲਸ ਬਟ ਘਰ ਦੇ ਵਿੱਚ ਵੀ ਆਪਾਂ ਕੁਝ ਚੀਜ਼ਾਂ ਦਾ ਧਿਆਨ ਵਿੱਚ ਰੱਖਣਾ ਜ਼ਰੂਰੀ ਹੁੰਦਾ ਵਾ। ਰੀਜ਼ਨ ਇਹ ਹੁੰਦਾ ਕਿਉਂਕਿ ਦਵਾਈ ਇੱਕ ਕੈਮੀਕਲ ਆ ਜਿਹੜੇ ਕਿ ਬੋਡੀ 'ਤੇ ਸਿਰਫ ਚੰਗੇ ਇਫੈਕਟ ਹੀ ਨਹੀਂ ਮਾੜੇ ਇਫੈਕਟ ਵੀ ਪਾਉਂਦਾ ਵਾ। ਸੋ ਇਹਨਾਂ ਚੀਜ਼ਾਂ ਨੂੰ ਆਪਾਂ ਧਿਆਨ ਵਿੱਚ ਰੱਖਣਾ ਚਾਹੀਦਾ ਕਿਉਂਕਿ ਆਪਾਂ ਮੈਡੀਕਲ ਫੀਲਡ ਨਾਲ ਰਿਲੇਟਡ ਹੈਗੇ ਆ। ਸੋ ਮੈਡੀਕਲ ਫੀਲਡ ਇੱਕ ਉਹੋ ਜਿਹੀ ਫੀਲਡ ਆ ਜਿਹਦੇ ਵਿੱਚ ਪੇਸ਼ੈਂਟ ਦੀ ਆਪਾਂ ਲਾਈਫ ਔਰ ਡੈਥ ਦੇ ਨਾਲ ਡੀਲ ਕਰਦੇ ਹੈਗੇ ਆ। ਸੋ ਈਚ ਐਂਡ ਐਵਰੀ ਸਟੈਪ ਜੋ ਵੀ ਆਪਾਂ ਲੈਣਾ ਵਾ ਬਹੁਤ ਸੋਚ ਸਮਝ ਕੇ ਲੈਣਾ ਹੁੰਦਾ ਵਾ। ਸੋ ਕੁਛ ਅਧਿਕਾਰ ਨੇ ਦਵਾਈ ਦੇਣ ਦੇ ਜਿਹੜੇ ਆਪਾਂ 1 ਬਾਏ 1 ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲਾ ਅਧਿਕਾਰ ਹੈ ਰਾਈਟ ਪੇਸ਼ੈਂਟ। ਰਾਈਟ ਪੇਸ਼ੈਂਟ ਮਤਲਬ ਸਹੀ ਮਰੀਜ਼। ਜੋ ਦਵਾਈ ਆਪਾਂ ਦੇਣ ਜਾ ਰਹੇ ਹਾਂ ਉਹ ਸਹੀ ਮਰੀਜ਼ ਨੂੰ ਆਪਾਂ ਦੇ ਰਹੇ ਹਾਂ। ਬਸ ਇਹ ਵੇਖਣਾ ਵਾ ਪੇਸ਼ੈਂਟ ਦੀ ਆਈਡੈਂਟੀਫਿਕੇਸ਼ਨ ਕਰਨੀ ਹੈ, ਆਪਾਂ ਜਾਂਚ ਪੜਤਾਲ ਕਰਨੀ ਹੈ ਕਿ ਜੋ ਮੈਡੀਸਨ ਡਾਕਟਰ ਨੇ ਦੇਣ ਲਈ ਕਿਹਾ ਵਾ ਇਹ ਉਸੇ ਮਰੀਜ਼ ਲਈ ਹੈ ਜਿਸ ਨੂੰ ਉਸ ਦੀ ਲੋੜ ਹੈ। ਸੋ ਪਹਿਲਾ ਪੁਆਇੰਟ ਇਹਦੇ ਵਿੱਚ ਹੈਗਾ ਵਾ ਆਲਵੇਜ਼ ਚੈੱਕ ਪੇਸ਼ੈਂਟਸ ਆਈਡੈਂਟੀਫਿਕੇਸ਼ਨ ਬ੍ਰੇਸਲੇਟ। ਜਿਹੜੇ ਵਧੀਆ ਹੌਸਪੀਟਲਸ ਹੁੰਦੇ ਨੇ ਜਾਂ ਸਿਵਲ ਹੌਸਪੀਟਲਸ ਦੇ ਵਿੱਚ ਵੀ ਬੈੱਡ ਨੰਬਰ ਲਿਖਿਆ ਹੁੰਦਾ ਵਾ, ਮਰੀਜ਼ ਪਿਆ ਹੁੰਦਾ ਵਾ ਜਾਂ ਉਹਨਾਂ ਦੇ ਹੱਥ ਉੱਪਰ ਇੱਕ ਬੈਂਡ ਲੱਗਾ ਹੁੰਦਾ ਵਾ ਜਿਹਦੇ ਉੱਪਰ ਪੇਸ਼ੈਂਟ ਦਾ ਨਾਮ, ਉਹਦੀ ਡੇਟ ਆਫ ਬਰਥ ਲਿਖੀ ਹੁੰਦੀ ਹੈ ਜੀ। ਇਸ ਤੋਂ ਇਲਾਵਾ ਪੇਸ਼ੈਂਟ ਦੇ ਫਾਦਰ ਨੇਮ ਲਿਖਿਆ ਹੁੰਦਾ ਵਾ, ਅਗਰ ਉਹ ਲੇਡੀ ਹੈਗੀ ਆ ਤਾਂ ਉਸ ਕੇਸ 'ਚ ਉਹਦੇ ਹਸਬੈਂਡ ਨੇਮ ਜਾਂ ਫਾਦਰ ਨੇਮ ਲਿਖਿਆ ਹੋਊਗਾ, ਠੀਕ ਹੈ ਜੀ। ਤਾਂ ਆਪਾਂ ਕੀ ਆ ਉਹਨਾਂ ਨੂੰ ਆਈਡੈਂਟੀਫਾਈ ਕਰਨਾ ਉਹਦੇ ਬੈਂਡ ਤੋਂ। ਸੈਕਿੰਡ ਪੁਆਇੰਟ ਹੈਗਾ ਹੈ ਜੀ ਪੇਸ਼ੈਂਟ ਨੂੰ ਆਪਾਂ ਸਟੇਟ ਕਰਨ ਲਈ ਕਹਿਣਾ ਉਹਦਾ ਨੇਮ। ਫੋਰ ਐਗਜ਼ਾਮਪਲ ਅਗਰ ਕਿਸੇ ਪੇਸ਼ੈਂਟ ਦਾ ਨਾਮ ਮਨਦੀਪ ਕੌਰ ਹੈ ਤਾਂ ਆਪਾਂ ਉਹਨਾਂ ਨੂੰ ਬੋਲਾਂਗੇ ਜੀ ਤੁਹਾਡਾ ਨਾਮ ਕੀ ਆ, ਤਾਂ ਉਹ ਆਪਣਾ ਨਾਮ ਐਡਰੈਸ ਕਰੂਗਾ ਜੀ ਮੇਰਾ ਨਾਮ ਮਨਦੀਪ ਕੌਰ ਹੈ। ਤਾਂ ਆਪਾਂ ਇੱਥੋਂ ਕਲੀਅਰ ਹੋ ਜਾਊਗਾ ਆਪਾਂ ਨੂੰ ਕਿ ਪੇਸ਼ੈਂਟ ਜਿਹਨੂੰ ਆਪਾਂ ਦਵਾਈ ਦੇਣ ਜਾ ਰਹੇ ਹਾਂ ਉਹ ਸਹੀ ਮਰੀਜ਼ ਹੈ। ਤੀਸਰੀ ਚੀਜ਼ ਇਹ ਆ ਕਿ ਜੋ ਮੈਡੀਸਨ ਲਿਖੀ ਹੋਈ ਆ ਜਿਸ ਪੇਸ਼ੈਂਟ ਦੇ ਕਾਰਡ 'ਤੇ ਲਿਖੀ ਆ ਆਪਾਂ ਉਹਨੂੰ ਮੈਚ ਕਰਨਾ ਹੈਗਾ ਵਾ ਉਹਦੇ ਬ੍ਰੇਸਲੇਟ ਦੇ ਨਾਲ, ਪੇਸ਼ੈਂਟ ਦੀ ਜੋ ਆਪਦਾ ਨਾਮ ਦੱਸ ਰਿਹਾ ਵਾ, ਇਸ ਤੋਂ ਇਲਾਵਾ ਉਹਦੀ ਡੇਟ ਆਫ ਬਰਥ ਦੇ ਨਾਲ। ਨੈਕਸਟ ਹੈ ਪੇਸ਼ੈਂਟ ਨੂੰ ਐਲਰਜੀ ਦਾ ਆਪਾਂ ਪੁੱਛਣਾ ਹੈ ਕਿ ਤੁਹਾਨੂੰ ਪਹਿਲਾਂ ਕਿਸੇ ਦਵਾਈ ਖਾ ਕੇ ਕੋਈ ਐਲਰਜੀ ਤਾਂ ਨਹੀਂ ਹੋਈ। ਰੀਜ਼ਨ ਇਹ ਆ ਕਿ ਕੁਛ ਜਿਹੜੇ ਪੇਸ਼ੈਂਟ ਹੁੰਦੇ ਆ ਕੁਛ ਮੈਡੀਸਨਸ ਤੋਂ ਐਲਰਜਿਕ ਹੁੰਦੇ ਆ ਜਿਹਦੇ ਨਾਲ ਕੀ ਆ ਉਹਨਾਂ ਦੀ ਬਾਡੀ ਦੇ ਉੱਪਰ ਰੈਸ਼ਿਸ ਪੈ ਜਾਂਦੇ, ਜਿਵੇਂ ਕਹਿ ਲਓ ਧੱਫੜ ਵਗੈਰਾ ਉਹ ਪੈ ਜਾਂਦੇ ਨੇ। ਪੇਸ਼ੈਂਟ ਨੂੰ ਜਿਹੜੀਆਂ ਠੰਡ ਲੱਗਣੀ ਸ਼ੁਰੂ ਹੋ ਜਾਂਦੀ ਆ। ਸੋ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਕਿ ਪੇਸ਼ੈਂਟ ਨੂੰ ਨਾ ਸਫਰ ਕਰਨਾ ਪਵੇ ਆਪਾਂ ਪੇਸ਼ੈਂਟ ਦੀ ਐਲਰਜੀ ਚੈੱਕ ਕਰਦੇ ਹਾਂ। ਸੋ ਠੀਕ ਹੈ ਜੀ, ਇਹ ਤਾਂ ਹੋ ਗਿਆ ਸੀ ਆਪਣਾ ਰਾਈਟ ਪੇਸ਼ੈਂਟ। ਨੈਕਸਟ ਹੈਗਾ ਵਾ ਰਾਈਟ ਮੈਡੀਕੇਸ਼ਨ। ਰਾਈਟ ਮੈਡੀਕੇਸ਼ਨ ਮਤਲਬ ਸਹੀ ਦਵਾਈ। ਮਰੀਜ਼ ਆਪਾਂ ਚੁਣ ਲਿਆ ਕਿ ਆਪਾਂ ਕਿਸ ਮਰੀਜ਼ ਨੂੰ ਦਵਾਈ ਦੇਣੀ ਆ। ਹੁਣ ਜੋ ਦਵਾਈ ਦੇਣੀ ਆ ਉਹ ਦਵਾਈ ਸਹੀ ਹੈ, ਸੋ ਇਹਦਾ ਵੀ ਆਪਾਂ ਜਾਂਚ ਪੜਤਾਲ ਕਰਨੀ ਹੁੰਦੀ ਆ। ਸੋ ਸਭ ਤੋਂ ਪਹਿਲਾਂ ਪਰਫੋਰਮ ਆ ਟ੍ਰਿਪਲ ਚੈੱਕ ਆਫ ਮੈਡੀਕੇਸ਼ਨਸ ਲੇਬਲ। ਆਪਾਂ ਕੀ ਕਰਨਾ ਵਾ 3 ਵਾਰੀ ਆਪਾਂ ਦਵਾਈ ਚੈੱਕ ਕਰਨੀ ਆ। ਜਦੋਂ ਆਪਾਂ ਦਵਾਈ ਰਿਟਰਾਈਵ ਕਰਦੇ ਪਏ ਆ, ਜਦੋਂ ਆਪਾਂ ਦਵਾਈ ਬਣਾ ਰਹੇ ਆ ਜਾਂ ਪੇਸ਼ੈਂਟ ਨੂੰ ਦਵਾਈ ਦੇ ਰਹੇ ਆ, ਠੀਕ ਹੈ ਜੀ। ਪੇਸ਼ੈਂਟ ਦਾ ਆਪਾਂ ਮੈਡੀਕੇਸ਼ਨ ਦਾ ਲੇਬਲ ਵੇਖਣਾ ਵਾ ਵੀ ਉਸ ਲੇਬਲ ਦੇ ਉੱਪਰ ਜੋ ਦਵਾਈ ਲਿਖੀ ਆ ਡਾਕਟਰ ਦੇ ਅਕੋਰਡਿੰਗ ਮੈਚ ਹੋ ਰਹੀ ਆ ਕਿ ਨਹੀਂ। ਕਿਉਂਕਿ ਸਮ ਟਾਈਮ ਕੀ ਹੁੰਦਾ ਜੈਨਰਿਕ ਡਰੱਗਸ ਕੰਪਨੀ ਨੇਮ ਕੋਈ ਹੋਰ ਹੁੰਦਾ ਵਾ, ਵਿੱਚ ਸਾਲਟ ਕੋਈ ਹੋਰ ਹੁੰਦੇ ਆ। ਸੋ ਆਪਾਂ ਉਸ ਚੀਜ਼ ਨੂੰ ਮੈਚ ਕਰਨਾ ਹੈਗਾ ਵਾ। ਦੂਸਰੀ ਗੱਲ, ਕਦੀ ਵੀ ਹੌਸਪੀਟਲ ਦੇ ਵਿੱਚ ਕਿਸੇ ਹੋਰ ਵੱਲੋਂ ਦਵਾਈ ਬਣਾਈ ਗਈ ਹੋਵੇ ਅਤੇ ਉਹ ਆਪਾਂ ਨੂੰ ਕਹਿ ਦੇ ਜੀ ਆਲੋ ਤੁਸੀਂ ਆ ਮਰੀਜ਼ ਨੂੰ ਦਵਾਈ ਦੇ ਦਿਓ, ਆਪਾਂ ਕਦੀ ਨਹੀਂ ਇਹ ਚੀਜ਼ ਕਰਨੀ ਕਿਉਂਕਿ ਜੋ ਆਪਾਂ ਐਕਸ਼ਨ ਪਰਫੋਰਮ ਕਰਾਂਗੇ ਉਹਦੇ ਲਈ ਆਪਾਂ ਖੁਦ ਰਿਸਪੋਂਸੀਬਲ ਹੋਵਾਂਗੇ। ਸੋ ਉਸ ਕੇਸ ਦੇ ਵਿੱਚ ਇਸ ਚੀਜ਼ ਨੂੰ ਧਿਆਨ ਰੱਖਣਾ ਵਾ ਕਿ ਕਿਸੇ ਹੋਰ ਦੀ ਬਣਾਈ ਹੋਈ ਮੈਡੀਸਨ ਲਾਈਕ ਕੋਈ ਦੂਸਰਾ ਸਟਾਫ ਕਹਿ ਦੇ ਜੀ ਆਲੋ ਮੈਂ ਮੈਡੀਸਨ ਬਣਾ ਲਈ ਆ ਤੁਸੀਂ ਪੇਸ਼ੈਂਟ ਨੂੰ ਦੇ ਦਿਓ। ਨੋ, ਡੋਂਟ ਟੇਕ ਅ ਰਿਸਕ, ਠੀਕ ਹੈ ਜੀ। ਆਪਾਂ ਆਪਣੇ ਹੱਥ ਨਾਲ ਬਣਾ ਕੇ ਮੈਡੀਸਨ ਫਿਰ ਦੇਣੀ ਆ। ਤੀਸਰੀ ਗੱਲ, ਉਹ ਮੈਡੀਸਨ ਕਦੀ ਨਹੀਂ ਦੇਣੀ ਜਿਹਦੇ ਉੱਪਰ ਕੋਈ ਲੇਬਲ ਨਾ ਲੱਗਾ ਹੋਵੇ, ਜਿਹਦੇ ਉੱਪਰ ਕੁਛ ਲਿਖਿਆ ਨਾ ਹੋਵੇ ਵੀ ਇਹ ਦਵਾਈ ਕਿਹੜੀ ਆ। ਫੋਰ ਐਗਜ਼ਾਮਪਲ ਪੇਸ਼ੈਂਟ ਦੇ ਡਰੋ ਖੋਲ੍ਹ ਕੇ ਵੇਹਨੇ ਵਿੱਚ ਦਵਾਈਆਂ ਪਈਆਂ ਹੁੰਦੀਆਂ, ਠੀਕ ਹੈ ਜੀ, ਅਤੇ ਆਪਾਂ ਵੇਖ ਲਾਂਗੇ ਜੀ ਹਾਂਜੀ ਇਹਦਾ ਸਾਈਜ਼ ਸੇਮ ਆ ਦੇ ਦਿਓ। ਨੋ, ਵਿਦਆਊਟ ਲੇਬਲ ਆਪਾਂ ਕਦੀ ਵੀ ਰਿਸਕ ਨਹੀਂ ਲੈਣਾ, ਚਾਹੇ ਤੁਸੀਂ ਸ਼ਿਓਰ ਹੀ ਆ ਵੀ ਇਹ ਦਵਾਈ ਉਹੀ ਆ, ਠੀਕ ਹੈ ਜੀ। ਥਰਡ ਆਪਣਾ ਰਾਈਟ ਹੈਗਾ ਰਾਈਟ ਡੋਜ਼। ਰਾਈਟ ਡੋਜ਼ ਮਤਲਬ ਸਹੀ ਮਾਤਰਾ ਉਹਦੀ, ਜੋ ਦਵਾਈ ਦੇਣੀ ਉਹਦੀ ਸਹੀ ਮਾਤਰਾ। ਫੋਰ ਐਗਜ਼ਾਮਪਲ ਵੇਖੋ ਪਿਕਚਰ ਦੇ ਵਿੱਚ ਇੱਕ ਥਾਂ 'ਤੇ ਕੈਪਸੂਲ ਪਏ ਆ, ਦੂਸਰੇ ਪਾਸੇ ਜਿਹੜੇ ਨਰਸ ਹੈਗੇ ਆ ਉਹ ਆਪਣਾ ਇੰਜੈਕਸ਼ਨ ਫਿਲ ਕਰਦੇ ਪਏ ਆ, ਥਰਡ ਦੇ ਵਿੱਚ ਟੈਬਲੇਟਸ ਵਗੈਰਾ ਲੈ ਰਹੇ ਆ, ਠੀਕ ਹੈ ਜੀ। ਸੋ ਸਹੀ ਖੁਰਾਕ
ਜਿਵੇਂ ਡਾਕਟਰ ਆਪਾਂ ਨੂੰ ਕਹਿ ਦਿੰਦੇ ਆ ਪੀਣ ਵਾਲੀ ਸਿਰਪ ਆ ਜਿਹੜੀ ਆਪਾਂ ਦਵਾਈ ਪੀਂਦੇ ਆ, ਖੰਘ ਲਈ ਪੀਂਦੇ ਆ, ਠੀਕ ਹੈ, ਜ਼ੁਕਾਮ ਲਈ ਪੀਂਦੇ ਆ, ਤਾਂ ਉਹਦੇ ਵਿੱਚ ਉਹ ਕਹਿੰਦੇ 2 ਢੱਕਣ ਲਓ। ਦੈਟ ਮੀਨਸ ਦੇਰ ਇਜ਼ ਅ ਪਰਟੀਕੂਲਰ ਕੁਆਂਟਿਟੀ, ਕੁਛ ਪਰਟੀਕੂਲਰ ਕੁਆਂਟਿਟੀ ਹੁੰਦੀ ਆ ਜਿਹਦੇ ਅਕੋਰਡਿੰਗ ਆਪਣੀ ਬੋਡੀ 'ਤੇ ਉਹਨੇ ਅਸਰ ਕਰਨਾ ਹੁੰਦਾ। ਜੇ ਆਪਾਂ ਘੱਟ ਅਮਾਊਂਟ 'ਚ ਲਵਾਂਗੇ ਤਾਂ ਮੈਡੀਸਨ ਅਸਰ ਨਹੀਂ ਕਰੂਗੀ, ਬਟ ਜੇ ਵੱਧ 'ਚ ਲੈ ਲਾਂਗੇ ਤਾਂ ਉਹ ਜਿਹੜਾ ਸਾਈਡ ਇਫੈਕਟ ਕਾਜ਼ ਕਰ ਸਕਦੀ ਹੈ, ਠੀਕ ਹੈ ਜੀ। ਸੋ ਸਭ ਤੋਂ ਪਹਿਲਾਂ ਆਪਾਂ ਲੇਬਲ ਚੈੱਕ ਕਰਨਾ ਵਾ ਕਿ ਮੈਡੀਕਲ ਕਿੰਨੀ ਕੁ ਕੰਸਨਟ੍ਰੇਸ਼ਨ ਆ, ਮਤਲਬ ਕਿੰਨੀ ਕੁ ਕੰਸਨਟ੍ਰੇਟਡ ਹੈਗੀ ਆ ਕਿ ਉਹਦੇ ਵਿੱਚ mg/ml ਦਾ ਹਿਸਾਬ ਲਾਉਣਾ ਹੁੰਦਾ ਵਾ। ਤਾਂ ਉਹਦੇ ਵਿੱਚ ਕੀ ਹੁੰਦਾ ਵਾ ਕਿ ਡਾਕਟਰ ਜਿਹੜੇ ਆ ਉਹ ਆਲਰੇਡੀ ਦੱਸ ਦਿੰਦੇ ਆ ਕਿ ਕਿੰਨੀ ਕੰਸਨਟ੍ਰੇਸ਼ਨ ਦੇ ਵਿੱਚ ਦੇਣੀ ਆ, ਠੀਕ ਹੈ ਜੀ। ਮੈਡੀਸਨ ਦੀ ਡੋਜ਼ ਨੂੰ ਆਪਾਂ ਪ੍ਰੀਪੇਅਰ ਕਰਨਾ ਆਰਡਰ ਦੇ ਅਕੋਰਡਿੰਗ। ਫੋਰ ਐਗਜ਼ਾਮਪਲ ਡਾਕਟਰ ਨੇ ਕਿਹਾ ਵਾ ਕਿ ਇਹਦੀਆਂ 3 ਗੋਲੀਆਂ ਦੇਣੀਆਂ, ਠੀਕ ਹੈ ਜੀ, 125 mg ਦੀਆਂ, ਠੀਕ ਹੈ ਜੀ। ਤਾਂ ਉਹਦੇ ਵਿੱਚ ਕੀ ਆ 125 ਨੂੰ 3 ਵਾਰੀ ਗੁਣਾ ਕਰ ਲਓ, ਟੋਟਲ ਮੈਡੀਸਨ ਜਿੰਨੀ ਬਣੂਗੀ, ਠੀਕ ਹੈ ਜੀ। ਇਹ ਨਹੀਂ ਆ ਕਿ ਅਗਰ ਕੋਈ ਦਵਾਈ ਮੰਨ ਲਓ 500 ਦੀ ਆ ਰਹੀ ਹੈ, ਠੀਕ ਆ, 500 mg ਦੀ ਆ ਰਹੀ ਹੈ, ਤਾਂ ਉਹਨੂੰ ਆਪਾਂ 125 ਦੇ ਵਿੱਚ ਡਿਵਾਈਡ ਕਰਾਂਗੇ, ਠੀਕ ਹੈ, ਜਾਂ 250 ਦੇ ਵਿੱਚ। 250 ਦੇ ਵਿੱਚ ਕਿਵੇਂ ਹੋ ਜਾਊਗਾ ਕਿ ਉਹ ਗੋਲੀ ਦਾ ਆਪਾਂ ਹਾਫ ਦੇ ਦਾਂਗੇ। ਸੋ ਉਹਦੇ ਅਕੋਰਡਿੰਗ ਆਪਾਂ ਕੰਸਨਟ੍ਰੇਸ਼ਨ ਜਿਹੜੀ ਆ ਉਹ ਡਾਕਟਰ ਦੇ ਲੇਬਲ ਦੇ ਅਕੋਰਡਿੰਗ ਚੈੱਕ ਕਰਨੀ ਆ। ਟ੍ਰਿਪਲ ਆਲ ਮੈਡੀਕੇਸ਼ਨ ਕੈਲਕੂਲੇਸ਼ਨ 3 ਵਾਰੀ, ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ, ਦਵਾਈ ਬਣਾਉਣ ਵੇਲੇ, ਦਵਾਈ ਦੇਣ ਵੇਲੇ ਜਾਂ ਡਰਾਈਵ ਕਰਦੇ ਸਮੇਂ ਆਪਾਂ ਪੇਸ਼ੈਂਟ ਦੀ ਕੈਲਕੂਲੇਸ਼ਨ ਕਰਨੀ ਆ। ਇਸ ਤੋਂ ਇਲਾਵਾ ਜਿਹੜਾ ਤੁਹਾਡਾ ਦੂਜਾ ਸਟਾਫ ਆ, ਹੈਲਪਰ ਆ, ਤੁਹਾਡੇ ਨਰਸਿੰਗ ਸਿਸਟਰ ਹੈਗੇ ਆ, ਤਾਂ ਉਹਨਾਂ ਨਾਲ ਆਪਾਂ ਡਿਸਕਸ ਕਰਨਾ ਹੈ ਜੀ ਜੋ ਮੈਂ ਮੈਡੀਸਨ ਬਣਾਈ ਉਹ ਸਹੀ ਆ ਜਾਂ ਨਹੀਂ ਸਹੀ। ਵੈਰੀਫਾਈ ਦੈਟ ਡੋਜ਼ ਇਜ਼ ਵਿਦਿਨ ਐਪਰੋਪ੍ਰੀਏਟ ਡੋਜ਼ ਰੇਂਜ ਫॉर ਪੇਸ਼ੈਂਟ ਐਂਡ ਮੈਡੀਕੇਸ਼ਨ। ਆਪਾਂ ਇਹ ਜ਼ਰੂਰ ਵੈਰੀਫਾਈ ਕਰਨਾ ਵਾ, ਜ਼ਰੂਰ ਜਾਂਚ ਕਰਨੀ ਆ ਕਿ ਜਿਹੜੀ ਡੋਜ਼ ਆਪਾਂ ਦੇ ਰਹੇ ਹਾਂ ਉਹ ਸਹੀ ਹੈਗੀ ਆ, ਮਰੀਜ਼ ਦੀ ਅਕੋਰਡਿੰਗ ਆ ਤੇ ਮੈਡੀਕੇਸ਼ਨ। ਫੋਰ ਐਗਜ਼ਾਮਪਲ ਬੱਚਿਆਂ ਲਈ ਦਵਾਈ ਹੋਰ ਹੁੰਦੀ ਆ ਔਰ ਵੱਡਿਆਂ ਦੀ ਦਵਾਈ ਹੋਰ ਹੁੰਦੀ ਆ। ਹੁਣ ਵੇਖੋ ਜਿਹੜਾ ਬਿਲਕੁਲ ਨਿਊ ਨੇਟ ਹੁੰਦਾ, ਨਵਾਂ ਜੰਮਿਆ ਬੱਚਿਆਂ ਦਾ, ਉਹਨੂੰ ਆਪਾਂ ਟੈਬਲੇਟ ਥੋੜ੍ਹਾ ਨਾ ਦੇ ਸਕਦੇ। ਸੋ ਉਹਦੇ ਵਾਸਤੇ ਲਿਕੁਇਡ ਸਸਪੈਂਸ਼ਨ ਆਉਂਦੀ ਆ, ਪੀਣ ਵਾਲੀ ਦਵਾਈ ਹੁੰਦੀ ਹੈ। ਸੋ ਆਪਾਂ ਇਸ ਚੀਜ਼ ਨੂੰ ਵੈਰੀਫਾਈ ਕਰਨਾ ਹੈਗਾ। ਨੈਕਸਟ ਹੈਗਾ ਰਾਈਟ ਟਾਈਮ, ਕਿ ਸਹੀ ਟਾਈਮ 'ਤੇ ਆਪਾਂ ਦਵਾਈ ਦੇ ਰਹੇ ਹਾਂ। ਸਹੀ ਟਾਈਮ ਵੇਖੋ, ਕੁਛ ਦਵਾਈਆਂ ਜਿਹੜੀਆਂ ਹੁੰਦੀਆਂ ਵਾ ਉਹ ਆਪਾਂ ਖਾਲੀ ਪੇਟ ਦਿੰਦੇ ਹਾਂ, ਕੁਛ ਆਪਾਂ ਖਾਣਾ ਖਾਣ ਤੋਂ ਬਾਅਦ ਦਿੰਦੇ ਹਾਂ, ਕੁਛ ਦਵਾਈਆਂ ਇਹੋ ਜਿਹੀਆਂ ਹੁੰਦੀਆਂ ਸਿਰਫ ਰਾਤ ਨੂੰ ਹੀ ਦਿੰਦੇ ਹਾਂ, ਠੀਕ ਹੈ ਜੀ। ਸੋ ਆਪਾਂ ਅਕੋਰਡਿੰਗ ਟੂ ਟਾਈਮ, ਵੀ ਟਾਈਮ ਡੇ ਦੇ ਵਿੱਚ ਕਿਹੜਾ ਟਾਈਮ ਆ ਜਦੋਂ ਆਪਾਂ ਮੈਡੀਸਨ ਦੇਣੀ, ਆਪਾਂ ਇਸ ਚੀਜ਼ ਦਾ ਵੀ ਧਿਆਨ ਰੱਖਣਾ ਵਾ। ਸੋ ਆਪਾਂ ਮੈਡੀਸਨ ਦਾ ਸਕੈਡਿਊਲ ਕਿਵੇਂ ਚੈੱਕ ਕਰਨਾ ਵਾ, ਡੇਟ ਵੇਖਣੀ ਆ, ਟਾਈਮ ਵੇਖਣਾ ਵਾ, ਸਪੈਸੀਫਿਕ ਪੀਰੀਅਡ ਵੇਖਣਾ ਵਾ ਵੀ ਕਿਹੜਾ ਪੀਰੀਅਡ ਆ, ਸਵੇਰੇ ਦੇਣੀ ਆ, ਖਾਲੀ ਪੇਟ ਦੇਣੀ ਆ ਜਾਂ ਰਾਤ ਨੂੰ ਦੇਣੀ ਆ। ਹੁਣ ਇਹ ਇੱਕ ਕਾਮਨ ਚੀਜ਼ ਆ ਕਿ ਜਿਹੜੀ ਨੀਂਦ ਵਾਲੀ ਗੋਲੀ ਹੁੰਦੀ ਆ ਉਹ ਆਪਾਂ ਰਾਤ ਨੂੰ ਹੀ ਦੇਵਾਂਗੇ। ਰੀਜ਼ਨ ਇਹ ਆ ਕਿ ਜੇ ਮਾਰਨਿੰਗ 'ਚ ਦੇਤੀ ਤਾਂ ਪੇਸ਼ੈਂਟ ਡਰੋਜ਼ੀ ਹੋ ਕੇ ਡਿੱਗ ਸਕਦਾ ਵਾ, ਉਹਨੂੰ ਮਤਲਬ ਸੁਰਤ ਨਹੀਂ ਰਹਿੰਦੀ ਹੈਗੀ, ਤਾਂ ਉਸ ਕੇਸ ਦੇ ਵਿੱਚ ਕੀ ਆਪਾਂ ਉਹ ਰਾਤ ਨੂੰ ਹੀ ਦੇਵਾਂਗੇ। ਸੋ ਕੁਛ ਮੈਡੀਸਨ ਜਿਹੜੀਆਂ ਰਾਤ ਨੂੰ, ਰਾਤ ਦੇ ਟਾਈਮ ਲਈ ਹੀ ਬਣੀਆਂ ਹੁੰਦੀਆਂ ਵਾ। ਉਸ ਤੋਂ ਇਲਾਵਾ ਅਗਰ ਤੁਸੀਂ ਮੈਡੀਸਨ ਦੇਣਾ ਭੁੱਲ ਜਾਂਦੇ ਹੋ ਜਾਂ ਮੰਨ ਲਓ ਤੁਸੀਂ ਕਿਸੇ ਐਮਰਜੈਂਸੀ ਦੇ ਵਿੱਚ ਬਿਜ਼ੀ ਹੋ, ਤਾਂ ਵਿਦਿਨ 30 ਮਿੰਟ ਦਵਾਈ ਦਾ ਜੋ ਸ਼ੈਡਿਊਲ ਸੀ ਕਿ ਪੇਸ਼ੈਂਟ ਨੂੰ ਦਵਾਈ 9 ਵਜੇ ਜਾਣੀ ਚਾਹੀਦੀ ਆ, ਤਾਂ ਆਪਾਂ ਅੱਧੇ ਘੰਟੇ ਦੇ ਵਿੱਚ ਮੈਡੀਸਨ ਨੂੰ ਦੁਬਾਰਾ ਦੇ ਸਕਦੇ ਹਾਂ, ਠੀਕ ਹੈ ਜੀ, ਅਗਰ ਉਹ ਪਹਿਲਾਂ ਨਹੀਂ ਦਿੱਤੀ ਹੋਈ। ਨੈਕਸਟ ਹੈਗਾ ਰਾਈਟ ਰੂਟ। ਰੂਟ ਦੇ ਵਿੱਚ ਵੇਖੋ, ਇੱਕ ਵਾਰੀ ਇਸ ਪਿਕਚਰ ਦੇ ਵਿੱਚ ਨੱਕ ਦੇ ਥਰੂ ਦੇ ਰਹੇ ਆ, ਸੈਕਿੰਡ ਦੇ ਵਿੱਚ ਇੰਜੈਕਸ਼ਨ ਲਗਾ ਰਹੇ ਆ, ਠੀਕ ਆ, ਥਰਡ ਦੇ ਵਿੱਚ ਬਾਂਹ 'ਤੇ ਇੰਜੈਕਸ਼ਨ ਲੱਗ ਰਿਹਾ ਵਾ। ਸੋ ਇਹ ਰੂਟ ਆ, ਰੂਟ ਮਤਲਬ ਜ਼ਰੀਆ, ਜਿਸ ਰਾਹ ਰਾਹੀਂ ਸਰੀਰ ਦੇ ਵਿੱਚ ਦਵਾਈ ਜਾਣੀ ਆ ਉਹਨੂੰ ਰਾਈਟ ਰੂਟ ਬੋਲਦੇ ਆ, ਸਹੀ ਰੂਟ, ਠੀਕ ਹੈ ਜੀ। ਸੋ ਵੇਖੋ ਆ ਪਿਕਚਰ ਜਿਹੜੀ ਤੁਹਾਨੂੰ ਸ਼ੋਅ ਕੀਤੀ ਆ ਉਹਦੇ 'ਚ ਕੁਛ ਐਂਗਲ ਦਿੱਤੇ ਹੋਏ ਜਿਸ ਐਂਗਲ 'ਤੇ ਇੰਜੈਕਸ਼ਨ ਲੱਗਦਾ ਵਾ, ਕਿਉਂਕਿ ਤੁਹਾਨੂੰ ਵੀ ਪਤਾ ਕੁਛ ਇੰਜੈਕਸ਼ਨ ਜਿਹੜੇ ਆਪਣੀ ਬੈਕ 'ਤੇ ਲੱਗਦੇ ਆ, ਕੁਛ ਇੰਜੈਕਸ਼ਨ ਮੋਢੇ 'ਤੇ ਲੱਗਦੇ ਆ, ਕੁਛ ਇੰਜੈਕਸ਼ਨ ਜਿਹੜੇ ਵੇਨ ਦੇ ਵਿੱਚ ਲੱਗਦੇ ਆ, ਠੀਕ ਹੈ ਜੀ। ਸੋ ਡਿਪੈਂਡ ਕਰਦਾ ਵਾ ਕਿ ਡਾਕਟਰ ਨੇ ਕਿਸ ਫਾਰਮ ਦੇ ਵਿੱਚ ਕਿਹਾ ਇੰਜੈਕਸ਼ਨ ਦੇਣ ਲਈ। ਵੈਰੀਫਾਈ ਮੈਡੀਕੇਸ਼ਨ ਰੂਟ ਵਿਦ ਮੈਡੀਕੇਸ਼ਨ ਆਰਡਰ ਬਿਫੋਰ ਐਡਮਿਨਿਸਟਰਿੰਗ। ਦਵਾਈ ਦੇਣ ਤੋਂ ਪਹਿਲਾਂ ਕਿਸ ਰੂਟ ਰਾਹੀਂ ਆਪਾਂ ਦਵਾਈ ਦੇਣੀ ਆ, ਇਹ ਆਪਾਂ ਜਿਹੜੇ ਡਾਕਟਰ ਨੇ ਆਰਡਰ ਲਿਖਿਆ ਉੱਥੋਂ ਚੈੱਕ ਕਰਨਾ, ਠੀਕ ਹੈ ਜੀ। ਪਲੱਸ ਜੋ ਡਾਕਟਰ ਨੇ ਸਹੀ ਰੂਟ ਕਿਹਾ ਵਾ ਉਹਨੂੰ ਆਪਾਂ ਫੋਲੋ ਕਰਨਾ ਵਾ, ਉਸੇ ਰੂਟ ਦੇ ਅਕੋਰਡਿੰਗ ਹੀ ਦੇਣੀ ਆ। ਨੈਕਸਟ ਹੈਗਾ ਰਾਈਟ ਐਜੂਕੇਸ਼ਨ। ਰਾਈਟ ਐਜੂਕੇਸ਼ਨ ਦੇ ਵਿੱਚ ਕੀ ਆ, ਬਿਕੋਜ਼ ਆਪਾਂ ਡੀਲ ਕਰ ਰਹੇ ਹਾਂ ਹਿਊਮਨ ਬੀਇੰਗਸ ਨਾਲ, ਠੀਕ ਹੈ, ਆਪਾਂ ਇਨਸਾਨਾਂ ਨਾਲ ਡੀਲ ਕਰ ਰਹੇ ਹਾਂ। ਸੋ ਉਹਨਾਂ ਦਾ ਪੂਰਾ ਹੱਕ ਹੁੰਦਾ ਵਾ ਕਿ ਆਪਾਂ ਉਹਨਾਂ ਨੂੰ ਸਹੀ ਐਜੂਕੇਸ਼ਨ ਦਈਏ ਕਿ ਇਹ ਦਵਾਈ ਕਿਸ ਚੀਜ਼ ਲਈ ਬਣੀ ਆ, ਇਹਦੇ ਕੀ ਕੀ ਇਫੈਕਟ ਹੋਣਗੇ ਔਰ ਇਹ ਦਵਾਈ ਕਿਵੇਂ ਤੁਹਾਨੂੰ ਸਹੀ ਕਰੂਗੀ, ਠੀਕ ਹੈ। ਸੋ ਦੇ ਹੈਵ ਦਾ ਰਾਈਟ, ਸੋ ਉਹਨਾਂ ਦਾ ਇੱਕ ਰਾਈਟ ਆ ਕਿ ਉਹਨਾਂ ਜਾਣਨ ਕਿ ਇਹ ਦਵਾਈ ਕਿਸ ਚੀਜ਼ ਲਈ ਆ, ਠੀਕ ਹੈ ਜੀ। ਸੋ ਇਨਫੋਰਮੇਸ਼ਨ ਐਂਡ ਇਨਫੋਰਮੇਸ਼ਨ, ਪੇਸ਼ੈਂਟ ਨੂੰ ਆਪਾਂ ਇਨਫੋਰਮ ਕਰਨਾ ਵਾ ਕਿ ਆਪਾਂ ਤੁਹਾਨੂੰ ਕਿਹੜੀ ਦਵਾਈ ਦੇ ਰਹੇ ਹਾਂ, ਇਹ ਨੀਂਦ ਵਾਲੀ ਦਵਾਈ ਆ, ਇਹ ਖਾਲੀ ਪੇਟ ਵਾਲੀ ਦਵਾਈ ਆ, ਜਾਂ ਇਹ ਦਵਾਈ ਨਾਲ ਤੁਹਾਡਾ ਫੀਵਰ ਸਹੀ ਹੋਊਗਾ ਜਾਂ ਕਫ ਸਹੀ ਹੋਊਗੀ ਜਾਂ ਕੀ ਸਹੀ ਹੋਊਗਾ, ਠੀਕ ਹੈ ਜੀ। ਸੈਕਿੰਡ
ਇਨਫੋਰਮ ਕਰਨਾ ਪੇਸ਼ੈਂਟ ਨੂੰ ਕਿ ਇਸ ਦਵਾਈ ਦੇਣ ਦਾ ਕੀ ਲਾਭ ਹੋਊਗਾ। ਠੀਕ ਹੈ ਜੀ, ਲਾਭ ਕੀ ਹੋਊਗਾ? ਫੋਰ ਐਗਜ਼ਾਮਪਲ ਜੇ ਕਿਸੇ ਪੇਸ਼ੈਂਟ ਨੂੰ ਮੰਨ ਲਓ ਐਸੀਡਿਟੀ ਬਣਦੀ ਹੈ ਤਾਂ ਆਪਾਂ ਐਂਟਾਈਸਿਡ ਦੇ ਦਾਂਗੇ। ਠੀਕ ਹੈ, ਐਂਟਾਈਸਿਡ ਨਾਲ ਆਪਾਂ ਦੱਸਾਂਗੇ ਕਿ ਇਹਦੇ ਨਾਲ ਕੀ ਆ, ਤੁਹਾਡੇ ਪੇਟ ਦੇ ਵਿੱਚ ਜਿਹੜੀ ਐਸੀਡਿਟੀ ਨਹੀਂ ਬਣੇਗੀ। ਇਸ ਤੋਂ ਇਲਾਵਾ ਕੁਛ ਮੈਡੀਸਨਸ ਦੇ ਕੁਛ ਸਾਈਡ ਇਫੈਕਟ ਹੁੰਦੇ ਆ। ਠੀਕ ਹੈ ਜੀ, ਸੋ ਉਹਦੇ ਵਿੱਚ ਆਪਾਂ ਪੇਸ਼ੈਂਟ ਨੂੰ ਦੱਸਾਂਗੇ ਕਿ ਇਹ ਦਵਾਈ ਜਦੋਂ ਤੁਸੀਂ ਲਓਗੇ ਜਾਂ ਤੁਹਾਨੂੰ ਬਸ ਫੋਰ ਐਗਜ਼ਾਮਪਲ ਬੀਪੀ ਵਾਲਾ ਮਰੀਜ਼ ਆ। ਠੀਕ ਹੈ ਜੀ, ਆਪਾਂ ਦਵਾਈ ਦਿੱਤੀ ਬੀਪੀ ਘਟਾਉਣ ਵਾਲੀ, ਉਹਦੇ ਨਾਲ ਕੀ ਹੋਣਾ ਵਾ ਕਿ ਪੇਸ਼ੈਂਟ ਨੂੰ ਬਾਥਰੂਮ ਜ਼ਿਆਦਾ ਵਾਰੀ ਆਊਗਾ। ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਦੱਸ ਦਾਂਗੇ ਜੀ ਇਸ ਦਵਾਈ ਦਾ ਇਹ ਆ ਕਿ ਤੁਹਾਨੂੰ ਵਾਰ-ਵਾਰ ਬਾਥਰੂਮ ਆਊਗਾ, ਜਿਹਦੇ ਨਾਲ ਫਿਰ ਤੁਹਾਡਾ ਬੀਪੀ ਲੋ ਹੋਊਗਾ। ਠੀਕ ਹੈ ਜੀ, ਦੈਟ ਮੀਨਸ ਪੇਸ਼ੈਂਟ ਜਿਹੜਾ ਵਰੀ ਨਹੀਂ ਕਰੂਗਾ, ਉਹ ਚਿੰਤਾ ਨਹੀਂ ਕਰੂਗਾ ਕਿ ਹਾਂ ਵੀ ਮੈਨੂੰ ਵਾਰ-ਵਾਰ ਬਾਥਰੂਮ ਜਾਣਾ ਕਿਉਂ ਪੈ ਰਿਹਾ, ਕਿਉਂਕਿ ਆਪਾਂ ਉਹਨਾਂ ਨੂੰ ਪਹਿਲਾਂ ਹੀ ਇਨਫੋਰਮ ਕਰ ਦਾਂਗੇ ਜੀ ਇਸ ਮੈਡੀਸਨ ਦੇ ਨਾਲ ਇਹ ਚੀਜ਼ ਹੋ ਸਕਦੀ ਆ। ਇਸ ਤੋਂ ਇਲਾਵਾ ਜੇ ਕਿਸੇ ਮਰੀਜ਼ ਨੂੰ ਕੋਈ ਵੀ ਐਲਰਜੀ ਹੈਗੀ ਆ, ਠੀਕ ਹੈ, ਤਾਂ ਆਪਾਂ ਉਹਨਾਂ ਨੂੰ ਪੁੱਛਣਾ ਹੈ ਜੀ ਪਹਿਲਾਂ ਤੁਹਾਨੂੰ ਦਵਾਈ ਖਾਣ ਕਦੀ ਵੀ ਤੁਸੀਂ ਕੋਈ ਦਵਾਈ ਖਾਧੀ ਹੋਵੇ ਤਾਂ ਤੁਹਾਨੂੰ ਕੋਈ ਐਲਰਜੀ ਤਾਂ ਨਹੀਂ ਹੋਈ। ਇਹਦਾ ਰੀਜ਼ਨ ਇਹ ਹੁੰਦਾ ਵਾ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਆ ਕਿ ਕੁਛ ਮਰੀਜ਼ ਜਿਹੜੇ ਆ ਉਹਨਾਂ ਨੂੰ ਕੁਛ ਮੈਡੀਸਨਸ ਤੋਂ ਐਲਰਜੀਜ਼ ਹੁੰਦੀਆਂ ਨੇ। ਠੀਕ ਹੈ, ਸੋ ਅਗਰ ਆਪਾਂ ਉਹਨਾਂ ਦੇ ਪਹਿਲਾਂ ਹੀ ਆਪਾਂ ਨੂੰ ਪਤਾ ਹੋਊਗਾ ਤਾਂ ਆਪਾਂ ਕੀ ਆ, ਆਪਾਂ ਪ੍ਰੀਕਾਸ਼ਨਸ ਲੈ ਸਕਦੇ ਹਾਂ ਔਰ ਉਸ ਦਵਾਈ ਨੂੰ ਆਪਾਂ ਡਾਕੂਮੈਂਟ ਕਰਕੇ ਆਪਾਂ ਡਾਕਟਰ ਨੂੰ ਇਨਫੋਰਮ ਕਰ ਸਕਦੇ ਹਾਂ ਸੋ ਦੈਟ ਕਿ ਡਾਕਟਰ ਕੋਈ ਹੋਰ ਸਬਸਟੀਟਿਊਟ ਉਸ ਮੈਡੀਸਨ ਦਾ ਪੇਸ਼ੈਂਟ ਨੂੰ ਦੇ ਸਕਣ। ਨੈਕਸਟ ਹੈਗਾ ਰਾਈਟ ਟੂ ਰਿਫਿਊਜ਼। ਰਾਈਟ ਟੂ ਰਿਫਿਊਜ਼ ਦੇ ਵਿੱਚ ਵੇਖੋ ਬੱਚੇ ਨੂੰ ਉਹ ਮੈਡੀਸਨ ਦੇ ਰਿਹਾ ਬਟ ਬੱਚੇ ਦਾ ਮੂੰਹ ਹੋਰ ਹੋ ਰਿਹਾ ਕਿ ਮੈਂ ਨਹੀਂ ਖਾਣੀ ਹੈਗੀ, ਇੱਧਰ ਇੱਕ ਅਡਲਟ ਪੇਸ਼ੈਂਟ ਵੀ ਜਿਹੜਾ ਵਾ ਉਹ ਮਨਾ ਕਰ ਰਿਹਾ। ਰਾਈਟ ਟੂ ਰਿਫਿਊਜ਼ ਮਤਲਬ ਕਿ ਮਨਾ ਕਰਨ ਦਾ ਅਧਿਕਾਰ। ਠੀਕ ਹੈ ਜੀ, ਜ਼ਰੂਰੀ ਨਹੀਂ ਆ ਕਿ ਜੋ ਡਾਕਟਰ ਨੇ ਦਵਾਈ ਲਿਖੀ ਆ ਪੇਸ਼ੈਂਟ ਨੂੰ ਜ਼ਬਰਦਸਤੀ ਆਪਾਂ ਉਹਦੇ ਨਾਲ ਜ਼ਬਰਦਸਤੀ ਕਰਕੇ ਆਪਾਂ ਨੂੰ ਦੇਣੀ ਹੀ ਦੇਣੀ ਆ। ਇਹ ਪੇਸ਼ੈਂਟ ਦਾ ਹੱਕ ਹੁੰਦਾ ਕਿ ਉਹ ਮਨਾ ਵੀ ਕਰ ਸਕਦਾ ਵਾ, ਬਟ ਇਹਦੇ ਪਿੱਛੇ ਕੋਈ ਸਟਰੋਂਗ ਵੈਲਿਡ ਰੀਜ਼ਨ ਹੋਣਾ ਚਾਹੀਦਾ। ਠੀਕ ਹੈ ਜੀ, ਸੋ ਸਭ ਤੋਂ ਪਹਿਲਾਂ ਲੀਗਲੀ ਰਿਸਪੌਂਸਿਬਲ ਪਾਰਟੀ ਚਾਹੇ ਪੇਸ਼ੈਂਟ ਆ ਚਾਹੇ ਉਹਦੇ ਪੇਰੈਂਟਸ ਆ, ਅਗਰ ਬੱਚਾ ਹੈ ਤਾਂ ਉਹਦੇ ਮਾਂ ਪਿਓ। ਠੀਕ ਹੈ, ਅਗਰ ਕੋਈ ਅਡਲਟ ਬੰਦਾ ਹੈ ਉਹਦਾ ਫੈਮਿਲੀ ਮੈਂਬਰ ਕੋਈ ਹੋਵੇ ਜਾਂ ਗਾਰਡੀਅਨ। ਠੀਕ ਹੈ, ਜਾਂ ਵੱਡੇ ਜਿਹੜੇ ਆ ਉਹ ਪੇਸ਼ੈਂਟ ਦੇ ਕੇਅਰ ਜਿਹੜੇ ਵਿੱਚ ਇਨਵੋਲਵ ਹੈਗੇ ਆ ਉਹ ਦਵਾਈ ਲੈਣ ਤੋਂ ਮਨਾ ਕਰ ਸਕਦੇ ਆ। ਠੀਕ ਹੈ ਜੀ, ਔਰ ਅਗਰ ਉਹ ਮਨਾ ਕਰਦੇ ਆ ਤਾਂ ਆਪਾਂ ਉਹਨਾਂ ਦੀ ਫੈਮਿਲੀ ਨਾਲ ਡਿਸਕਸ ਕਰਨਾ ਹੈ ਜੀ ਤੁਹਾਡੇ ਮਰੀਜ਼ ਨੇ ਦਵਾਈ ਲੈਣ ਤੋਂ ਮਨਾ ਕੀਤਾ ਹੈ। ਠੀਕ ਹੈ ਜੀ, ਔਰ ਜੇ ਇਹ ਦਵਾਈ ਨਹੀਂ ਲੈਣਗੇ ਤਾਂ ਉਹਦੇ ਕੀ ਸਿੱਟੇ ਨਿਕਲਦੇ ਆ ਆਪਾਂ ਇਹ ਸਾਰਾ ਕੁਝ ਉਹਨਾਂ ਨੂੰ ਦੱਸਣਾ ਵਾ। ਉਸ ਤੋਂ ਇਲਾਵਾ ਜੇ ਉਹ ਮੈਡੀਸਨ ਰਿਫਿਊਜ਼ ਕਰਦੇ ਆ ਤਾਂ ਆਪਾਂ ਆਪਣੀ ਡਾਕੂਮੈਂਟੇਸ਼ਨ ਜਿਹੜੀ ਆਪਾਂ ਲੇਖਾ ਜੋਖਾ ਕਰਦੇ ਆ, ਜਿਹੜੀ ਆਪਾਂ ਰਿਟਨ ਨੋਟਸ ਬਣਾਉਂਦੇ ਆ ਆਪਣੇ ਕਾਰਡ ਦੇ ਉੱਪਰ, ਉਹ ਆਪਾਂ ਮੈਂਸ਼ਨ ਕਰ ਦੇਣਾ ਹੈ ਕਿ ਪੇਸ਼ੈਂਟ ਨੇ ਰਿਫਿਊਜ਼ ਕਰਦੀ ਆ, ਕਿਸ ਕਾਰਨ ਕਰਕੇ ਰਿਫਿਊਜ਼ ਕੀਤੀ ਆ, ਉਹ ਆਪਾਂ ਸਾਰਾ ਕੁਝ ਦੱਸ ਦੇਣਾ। ਪਲੱਸ ਆਪਾਂ ਉੱਥੇ ਇਹ ਵੀ ਮੈਂਸ਼ਨ ਕਰ ਦੇਣਾ ਹੈ ਕਿ ਇਸ ਦਵਾਈ ਨੂੰ ਨਾ ਲੈਣ ਦੇ ਕੀ ਨਤੀਜੇ ਨਿਕਲਣਗੇ, ਇਹ ਵੀ ਮਰੀਜ਼ ਨੂੰ ਸਮਝਾ ਦਿੱਤਾ ਗਿਆ ਹੈ। ਸੋ ਇਹ ਸਾਰਾ ਕੁਝ ਰਿਕਾਰਡ ਆਪਾਂ ਲਿਖ ਲਾਂਗੇ। ਨੈਕਸਟ ਹੈਗਾ ਰਾਈਟ ਅਸੈਸਮੈਂਟ। ਰਾਈਟ ਅਸੈਸਮੈਂਟ ਮੀਨਸ ਆਪਾਂ ਕਿਵੇਂ ਚੈੱਕ ਕਰਨਾ ਵਾ ਕਿ ਦਵਾਈ ਦਾ ਅਸਰ ਹੋ ਰਿਹਾ ਵਾ ਜਾਂ ਆਪਾਂ ਜੋ ਦਵਾਈ ਦਿੱਤੀ ਉਹ ਸਹੀ ਤਰੀਕੇ ਨਾਲ ਦਿੱਤੀ ਆ ਕਿ ਨਹੀਂ। ਸੋ ਸਭ ਤੋਂ ਪਹਿਲਾਂ ਪੇਸ਼ੈਂਟ ਨੂੰ ਆਪਾਂ ਚੰਗੀ ਤਰ੍ਹਾਂ ਚੈੱਕ ਕਰਨਾ ਵਾ, ਉਹਦੇ ਟੈਸਟ ਚੈੱਕ ਕਰਨੇ ਆ ਕਿ ਮੈਡੀਸਨ ਸੇਫ ਆ, ਸਹੀ ਆ। ਠੀਕ ਹੈ ਜੀ, ਜੇ ਅਨਸੇਫ ਲੱਗਦੀ ਆ ਤਾਂ ਆਪਾਂ ਕੀ ਡਾਕਟਰ ਨੂੰ ਇਨਫੋਰਮ ਕਰਨਾ ਹੈ ਔਰ ਆਪਣੀ ਫਾਈਂਡਿੰਗਸ ਦੇ ਵਿੱਚ ਲਿਖਣਾ ਵਾ ਕਿ ਕਿਉਂ ਸੇਫ ਨਹੀਂ ਹੈ। ਠੀਕ ਹੈ ਜੀ, ਉਸ ਤੋਂ ਬਾਅਦ document that medication was not administered and the reason that dose was skipped। ਉਸ ਤੋਂ ਬਾਅਦ ਆਪਾਂ ਦੱਸਣਾ ਹੈ ਕਿ ਕਿਉਂ ਮੈਡੀਸਨ ਨਹੀਂ ਦਿੱਤੀ ਗਈ ਔਰ ਡੋਜ਼ ਕਿਉਂ ਸਕਿਪ ਕੀਤੀ ਗਈ। ਕੁਝ ਟੈਸਟ ਹੁੰਦੇ ਆ ਜਿਹਦੇ ਵਿੱਚ ਆਪਾਂ ਮੈਡੀਸਨਸ ਜਿਹੜੀਆਂ ਵਾ ਅਵੋਇਡ ਕਰਦੇ ਆ ਦੇਣਾ। ਫੋਰ ਐਗਜ਼ਾਮਪਲ ਅਗਰ ਕਿਸੇ ਮਰੀਜ਼ ਦਾ ਕੋਈ ਟੈਸਟ ਹੋਣਾ ਵਾ, ਮੰਨ ਲਓ ਇੱਕ ਥੋੜਾ ਹਾਈ ਲੈਵਲ ਦਾ ਥੋੜਾ ਟੈਸਟ ਹੋ ਗਿਆ ਜਿਹਦੇ ਵਿੱਚ ਕੀ ਹੁੰਦਾ ਵਾ ਕਿ ਹਾਰਟ ਨੂੰ ਆਪਾਂ ਹਾਰਟ ਦੀ ਫੰਕਸ਼ਨਿੰਗ ਚੈੱਕ ਕਰਦੇ ਆ। ਉਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਆਪਾਂ ਡੋਪਾਮਾਈਨ ਦਿੰਦੇ ਆ ਤਾਂ ਉਹਦੇ ਨਾਲ ਕੀ ਆ ਕਿ ਪੇਸ਼ੈਂਟ ਦੀ ਪਲਸ ਰੇਟ ਘੱਟ ਜਾਂਦੀ ਆ। ਸੋ ਪਲਸ ਰੇਟ ਜੇ ਉਹਨੂੰ ਕੋਈ ਬੀਟਾ ਬਲੋਕਰ ਲੱਗਾ ਵਾ ਜਿਹਦੇ ਨਾਲ ਪਲਸ ਰੇਟ ਆਪਾਂ ਘੱਟ ਕਰਦੇ ਆ ਤਾਂ ਆਪਾਂ ਉਸ ਦਿਨ ਉਸ ਦਵਾਈ ਨੂੰ ਸਕਿਪ ਕਰ ਸਕਦੇ ਆ, ਕਿਉਂਕਿ ਟੈਸਟ ਦੇ ਕਰਕੇ ਜੋ ਦਵਾਈ ਮਿਲਣੀ ਆ ਉਹਦੇ ਨਾਲ ਬੀਟਾ ਰੇਟ ਹੋਰ ਘੱਟ ਜਾਣਾ ਹਾਰਟ ਰੇਟ। ਤਾਂ ਉਹਦੇ ਵਿੱਚ ਕੀ ਹੋਊਗਾ ਆਪਾਂ ਨੂੰ ਇਸ ਚੀਜ਼ ਦਾ ਥੋੜ੍ਹਾ ਜਿਹਾ ਧਿਆਨ ਰੱਖਣਾ ਪੈਂਦਾ ਵਾ। ਤਾਂ ਆਪਾਂ ਡਾਕੂਮੈਂਟ ਕਰਨਾ ਕਿ ਪੇਸ਼ੈਂਟ ਦਾ ਟੈਸਟ ਹੋਣ ਜਾ ਰਿਹਾ ਵਾ, ਉਹਦੇ ਵਿੱਚ ਆਲਰੇਡੀ ਪੇਸ਼ੈਂਟ ਦੀ ਹਾਰਟ ਰੇਟ ਇੰਨਾ ਚੱਲਦਾ ਪਿਆ, ਉਹ ਟੈਸਟ ਵਜ੍ਹਾ ਕਰਕੇ ਹੋਰ ਘੱਟ ਜੂਗਾ, ਇਸ ਲਈ ਆਪਾਂ ਦਵਾਈ ਸਕਿਪ ਕਰਦੇ ਪਏ ਆ। ਉਸ ਤੋਂ ਬਾਅਦ ਅਗਰ ਜਦੋਂ ਮੈਡੀਸਨ ਆਪਾਂ ਦੇ ਦਿੰਦੇ ਆ ਤਾਂ ਉਸ ਤੋਂ ਬਾਅਦ ਦਾ ਕੀ ਅਧਿਕਾਰ ਆ, ਉਹ ਅਧਿਕਾਰ ਹੈਗਾ ਰਾਈਟ ਇਵੈਲੂਏਸ਼ਨ, ਮਤਲਬ ਸਹੀ ਜਾਂਚ ਪੜਤਾਲ। ਸਹੀ ਜਾਂਚ ਪੜਤਾਲ ਦੇ ਵਿੱਚ ਆਪਾਂ ਪੇਸ਼ੈਂਟ ਦੇ ਕੋਲ ਜਾਂਦੇ ਆ। ਠੀਕ ਹੈ ਜੀ, ਤਾਂ ਉਹਦੇ ਵਿੱਚ ਆਪਾਂ ਪੁੱਛਦੇ ਹਾਂ ਪੇਸ਼ੈਂਟ ਨੂੰ ਕਿ ਤੈਨੂੰ ਕੋਈ ਸਾਈਡ ਇਫੈਕਟ ਤਾਂ ਨਹੀਂ ਹੈਗਾ ਜੀ। ਅਗਰ ਕੋਈ ਬੱਚਾ ਹੈ ਤਾਂ ਆਪਾਂ ਉਹਨਾਂ ਨੂੰ ਪੁੱਛਦੇ ਹਾਂ ਬੇਟਾ ਤੁਹਾਨੂੰ ਕੋਈ ਸਾਈਡ ਇਫੈਕਟ ਤਾਂ ਨਹੀਂ। ਅਗਰ ਕੋਈ ਅਡਲਟ ਹੈ ਤਾਂ ਆਪਾਂ ਪੁੱਛਦੇ ਹਾਂ ਜੀ ਤੁਹਾਨੂੰ ਕੋਈ ਸਾਈਡ ਇਫੈਕਟ ਤਾਂ ਨਹੀਂ ਹੈਗਾ, ਕੋਈ ਤੁਹਾਨੂੰ ਵੀਕਨੈਸ ਲੱਗ ਰਹੀ ਆ, ਤੁਹਾਨੂੰ ਕੋਈ ਜ਼ੁਕਾਮ ਜਾਂ ਕੋਈ ਹੋਰ ਪ੍ਰੋਬਲਮ ਹੋ ਗਈ, ਕੋਈ ਰੈਸ਼ਿਜ਼ ਵਗੈਰਾ ਤਾਂ ਨਹੀਂ ਹੋ ਗਏ। ਇਸ ਤੋਂ ਇਲਾਵਾ ਆਪਾਂ ਪੁੱਛਦੇ ਹਾਂ ਕਿ ਜੇ ਆਪਾਂ ਪੇਨ ਲਈ ਮੈਡੀਸਨ ਦਿੱਤੀ ਸੀ
ਤਾਂ ਕੁਛ 2 ਘੰਟਿਆਂ ਬਾਅਦ ਜਾ ਕੇ ਆਪਾਂ 1 ਘੰਟੇ ਬਾਅਦ ਜਾ ਕੇ ਪੁੱਛਦੇ ਹਾਂ ਕਿ ਜੋ ਤੁਹਾਡੀ ਪੇਨ ਸੀ ਉਹਦਾ ਕੋਈ ਫਰਕ ਪਿਆ, ਤੁਸੀਂ ਸਹੀ ਹੋ ਗਏ ਆ ਕਿ ਨਹੀਂ ਹੋ ਗਏ। ਠੀਕ ਹੈ ਜੀ। ਉਸ ਤੋਂ ਬਾਅਦ ਪੇਸ਼ੈਂਟ ਦਾ ਪ੍ਰਾਇਰ ਸਟੇਟਸ ਵੇਖਣਾ ਅਤੇ ਪੋਸਟ ਮੈਡੀਕੇਸ਼ਨ ਸਟੇਟਸ ਵੇਖਣਾ। ਮੈਡੀਸਨ ਦੇਣ ਤੋਂ ਪਹਿਲਾਂ ਪੇਸ਼ੈਂਟ ਦਾ ਕੀ ਸਟੇਟਸ ਸੀ, ਮੈਡੀਸਨ ਦੇਣ ਤੋਂ ਬਾਅਦ ਕੀ ਅਸਰ ਹੋਇਆ, ਆਪਾਂ ਉਹ ਵੇਖਣਾ ਹੈਗਾ। ਨੈਕਸਟ ਪੇਸ਼ੈਂਟ ਦਾ ਰਿਸਪੌਂਸ ਵੇਖਣਾ ਮੈਡੀਸਨ ਨੂੰ ਲੈ ਕੇ ਕਿ ਪੇਸ਼ੈਂਟ ਦੀ ਬੋਡੀ ਨੇ ਪੋਜ਼ੀਟਿਵ ਰਿਸਪੌਂਸ ਦਿੱਤਾ ਹੈ ਜਾਂ ਨੈਗੇਟਿਵ ਰਿਸਪੌਂਸ ਦਿੱਤਾ ਹੈ। ਨੈਕਸਟ ਇਜ਼ ਰਾਈਟ ਡਾਕੂਮੈਂਟੇਸ਼ਨ, ਜੋ ਆਪਾਂ ਦਵਾਈ ਦਿੱਤੀ ਆ ਉਹਦੇ ਬਾਰੇ ਸਾਰਾ ਕੁਝ ਲਿਖਣਾ ਵਾ, ਜਿਹਦੇ ਵਿੱਚ ਆਪਣਾ ਕੀ ਆ ਜਾਊਗਾ, ਮੈਡੀਕੇਸ਼ਨ ਯਾਨੀ ਕਿ ਕਿਹੜੀ ਦਵਾਈ ਦਿੱਤੀ ਆ, ਡੋਜ਼ ਕਿੰਨੀ ਖੁਰਾਕ ਉਹ ਜਿਹੜੀ ਸੀ ਕਿੰਨੀ ਮਾਤਰਾ ਵਿੱਚ ਦਿੱਤੀ ਆ, ਕਿਹੜੇ ਰਸਤੇ ਰਾਹੀਂ ਦਿੱਤੀ ਆ, ਕਿਸ ਤਰੀਕ ਨੂੰ ਅਤੇ ਕਿਸ ਸਮੇਂ ਨੂੰ ਦਿੱਤੀ ਗਈ ਆ। ਆਪਾਂ ਆਪਣੇ ਸਿਗਨੇਚਰ ਲਿਖਣੇ ਆ, ਆਪਣੀ ਕ੍ਰੀਡੈਂਸ਼ੀਅਲਸ ਲਿਖਦੇ ਨੇ, ਲਾਈਕ ਆਪਣਾ ਜੋਬ ਰੋਲ ਕੀ ਸੀ ਉਹ ਲਿਖ ਦੇਣਾ ਵਾ। ਅਤੇ ਜੇ ਸਹੀ ਲੱਗੇ ਤਾਂ ਆਪਾਂ ਜਿਹੜੀ ਆ ਦੂਸਰੇ ਜਿਹੜੀ ਸਟਾਫ ਨਰਸ ਹੈਗੇ ਆ ਉਹਨਾਂ ਦੀ ਵੀ ਆਪਾਂ ਸਿਗਨੇਚਰ ਲੈਣੇ ਆ ਕਿ ਉਹਨਾਂ ਨੇ ਚੈੱਕ ਕੀਤਾ ਸੀ। ਥੈਂਕ ਯੂ ਵੈਰੀ ਮੱਚ। ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦਾ ਟੌਪਿਕ ਕਲੀਅਰ ਹੋ ਗਿਆ ਹੋਊਗਾ, ਔਰ ਮੈਂ ਉਮੀਦ ਕਰਦੀ ਹਾਂ ਕਿ ਘਰਦਿਆਂ ਨੂੰ ਵੀ ਜਦੋਂ ਤੁਸੀਂ ਮੈਡੀਸਨ ਦਿਓਗੇ ਤਾਂ ਤੁਸੀਂ ਇਹ ਚੀਜ਼ਾਂ ਵੇਖਣ ਦੇ ਹੱਕ ਵਿੱਚ ਹੋਵੋਗੇ ਤਾਂ ਕਿ ਕਿਸੇ ਨੂੰ ਵੀ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ। ਠੀਕ ਹੈ ਜੀ, ਥੈਂਕ ਯੂ ਜੀ।